सतनाम श्री वाहेगुरु साहेब जी। डंडाओत बंदन अनक बार, सर्ब कला समरथ डोलन ते राखह प्रभु, नानक दे कर हथ। पूरा प्रभ आराध्या, पूरा जाका नाओ, नानक पूरा पाया, पूरे के गुण गाओ। कहाँ बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। परम सन्मान योग, परम सत्कार योग, गुरु प्यारी गुरु सवारी, देशां विदेशां विच सज्जी सरबत ही सत संगत जीओ। सतगुरु महाराज जी दे पावन चरण कमलों विच हाजरी लवाउंदे सरबत ही सत संगत माई भाई गुर फतेह दी सांझ पाईए। सरबत ही सत संगत गज के फतेह बुलाओ जी। ओ वाहेगुरु जी का खालसा, ओ वाहेगुरु जी की फतेह। बड़े वडभागी हाँ जो कि देशां विदेशां दी सरबत ही सत संगत मिल करके सरबत ही सत संगत सज के सतगुरु महाराज जी की किरपा, सतगुरु महाराज जी की दया माया, सतगुरु महाराज जी की जिहड़ी आ ਉਹ ਸਾਡੇ ਤੇ बड़ी वड्डी जिहड़ी है वो किरपा है, जो सतगुरु जी किरपा करके सानू संथਿਆ करवा रहे ने। सतगुरां ने बड़ी किरपा की जो कि अकाल उस्तत गुरबाणी कलगीधर पातशाह जियां दी सतगुरु महाराज जियां दी पवित्र और पावन जिहड़ी रचना सतगुरां ने किरपा करके अकाल उस्तत गुरबाणी दी संथਿਆ जो है वो सानू करवा दिती आ। सतगुरां ने किरपा करके अकाल उस्तत गुरबाणी दी कथा विचार वो भी करवा लई आ। सरबत ही सत संगत ने बड़े प्यार सत्कार दे नाल अकाल उस्तत गुरबाणी दी संथਿਆ कथा विचार सरवण कीती आ। हुण सतगुरु महाराज जी किरपा करके दया करके धन धन सतगुरु साहिब श्री गुरु ग्रंथ साहिब जियां दी ये जो महंगी बाणी आ जिसनों आपां सलोक सहजकृति गुरबाणी दे नाम नाल पढ़दे हां जां जाणदे हां। सतगुरु जी किरपा करके
ਸ਼ਲੋਕ ਸਹਿਸਕ੍ਰਿਤੀ ਗੁਰਬਾਣੀ ਦੀ ਸੰਥਿਆ ਆਰੰਭ ਕਰਵਾ ਰਹੇ ਨੇ। ਅੱਜ ਵਿਦਿਆਰਥੀਆਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਉਹਨਾਂ ਵੱਲੋਂ ਉਚਾਰਨ ਕੀਤੀ ਹੋਈ ਸ਼ਲੋਕ ਸਹਿਸਕ੍ਰਿਤੀ ਦੀ ਜਿਹੜੀ ਗੁਰਬਾਣੀ 4 ਸ਼ਲੋਕ ਪਹਿਲੇ ਨੇ, ਸਾਰੇ ਹੀ ਵਿਦਿਆਰਥੀਆਂ ਨੇ ਇਸ ਦੀ ਸੰਥਿਆ ਪਾਈ ਆ। ਸਤਿਗੁਰੂ ਜੀ ਕਿਰਪਾ ਕਰਨ, ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਜਿਹੜੇ 4 ਸ਼ਲੋਕ ਨੇ ਇਹਨਾਂ ਦੀ ਵਿਚਾਰ ਵੀ ਆਪ ਕਰਵਾ ਲੈਣ। ਸੋ ਸਾਰੀ ਹੀ ਸਤ ਸੰਗਤ ਨੇ ਬੜੇ ਪਿਆਰ, ਬੜੇ ਸਤਿਕਾਰ, ਬੜੀ ਭਾਵਨਾ ਦੇ ਨਾਲ, ਭਾਵ ਦੇ ਨਾਲ ਇਹ ਜੋ 14-15 ਦਿਨ ਸੰਥਿਆ ਚੱਲਣੀ ਆ, ਸਾਰਿਆਂ ਨੇ ਬੜੇ ਪ੍ਰੇਮ, ਸਤਿਕਾਰ, ਭਾਵ ਭਾਵਨੀ ਦੇ ਨਾਲ ਸ਼ਲੋਕ ਸਹਿਸਕ੍ਰਿਤੀ ਦੀ ਸੰਥਿਆ ਜਿਹੜੀ ਆ ਉਹ ਕਰਨੀ ਆ। ਨਾਲ ਨਾਲ ਅਸੀਂ ਸਾਰਿਆਂ ਨੇ ਵਿਚਾਰ ਵੀ ਇਸ ਦੀ ਕਥਾ ਵੀ ਜਿਹੜੀ ਆ ਉਹ ਸਰਵਣ ਕਰਨੀ ਆ। ਜਿਹੜੇ ਵਿਦਵਾਨ, ਜਿਹੜੇ ਕਥਾਵਾਚਕ ਨੇ, ਉਹ ਜਦ ਸ਼ਲੋਕ ਸਹਿਸਕ੍ਰਿਤੀ ਦੀ ਕਥਾ ਕਰਦੇ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਕਾਫੀ ਲੰਬੀ ਵਿਚਾਰ ਕਰਦੇ ਨੇ, ਪਰ ਇੱਥੇ ਹੁਣ ਕੇਵਲ ਵਿਦਿਆਰਥੀਆਂ ਨੂੰ ਸਮਝ ਆ ਜਾਵੇ ਇਸ ਕਰਕੇ ਆਪਾਂ ਬਿਲਕੁਲ ਸੰਖੇਪ ਵਿਚਾਰ ਇਹਦੇ ਅਖਰੀ ਅਰਥੀ ਕਰਾਂਗੇ ਤਾਂ ਕਿ ਸਰਬੱਤ ਹੀ ਸਤ ਸੰਗਤ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਇਹਦੇ ਅਰਥਾਂ ਦੀ ਸਮਝ ਲੱਗ ਸਕੇ। ਸੋ ਜਿਹੜੇ ਵਿਦਿਆਰਥੀ ਜਾਂ ਜਿਹੜੇ ਤੁਸੀਂ ਸ਼ੇਅਰ ਕਰਕੇ ਦੂਰ ਤੱਕ ਵਿਚਾਰ ਪਾ ਦਿੰਦੇ ਹੋ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਜੋ ਸੰਥਿਆ ਔਰ ਵਿਚਾਰ ਚੱਲਦੇ ਫਿਰਦਿਆਂ ਹੀ ਹੁੰਦੀ ਆ। ਕਈ ਵਾਰ ਵਿਚਾਰ ਕਰਦਿਆਂ ਚੱਲਦੇ ਫਿਰਦਿਆਂ, ਕਈ ਵਾਰ ਚੱਲਦਿਆਂ ਹੀ ਵਿਚਾਰ ਹੁੰਦੀ ਆ। ਸੋ ਇਸ ਕਰਕੇ ਜਿਹੜੇ ਆਮ ਵਿਦਿਆਰਥੀ ਜਾਂ ਆਮ ਕਥਾਵਾਚਕ ਨੇ ਜਾਂ ਵਿਦਵਾਨ ਨੇ, ਜੇ ਉਹਨਾਂ ਤੱਕ ਇਹ ਵਿਚਾਰ ਪਹੁੰਚਦੀ ਵੀ ਆ ਤੇ ਇਹ ਇਸ ਗੱਲ ਨੂੰ ਧਿਆਨ ਰੱਖ ਲੈਣ ਕਿ ਚੱਲਦਿਆਂ ਫਿਰਦਿਆਂ ਵਿਚਾਰ ਹੁੰਦੀ ਹੈ ਸਿਰਫ ਵਿਦਿਆਰਥੀਆਂ ਵਾਸਤੇ। ਇਹ ਜੋ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਔਰ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੀ, ਇਹਦੇ ਬਾਰੇ ਆਪ ਜੀ ਨੇ ਉਥਾਨਕਾ ਸਰਵਣ ਕਰ ਲਈ ਆ। ਫਿਰ ਵੀ ਬਿਲਕੁਲ ਸੰਖੇਪ ਦੇ ਵਿੱਚ ਜਿਹੜੀ ਇਸ ਦੀ ਉਥਾਨਕਾ, ਕਿਉਂਕਿ ਤੁਸੀਂ ਅੱਗੇ ਸ਼ੇਅਰ ਵੀ ਕਰਦੇ ਹੋ, ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਹੋਰ ਵੀ ਸਤ ਸੰਗਤ ਇਸ ਦਾ ਲਾਭ ਪ੍ਰਾਪਤ ਕਰ ਸਕੇ। ਇਸ ਕਰਕੇ ਉਹਨਾਂ ਵਾਸਤੇ ਬਿਲਕੁਲ ਸੰਖੇਪ। ਜਾਹਰ ਪੀਰ ਜਗਤ ਗੁਰ ਬਾਬਾ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਆ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ, ਸਤਿਗੁਰੂ ਜੀ ਜਗਤ ਜਲੰਦੇ ਨੂੰ ਠਾਰਦੇ, ਜਗਤ ਜਲੰਦੇ ਨੂੰ ਤਾਰਦੇ ਹੋਏ ਸਤਿਗੁਰੂ ਮਹਾਰਾਜ ਜੀ ਬਨਾਰਸ ਕਾਂਸੀਪੁਰੀ ਦੇ ਵਿੱਚ ਪਹੁੰਚੇ ਨੇ। ਉੱਥੇ ਜਾ ਕੇ ਸਤਿਗੁਰੂ ਭਾਈ ਬਾਲਾ ਮਰਦਾਨਾ ਸਮੇਤ ਸਤਿਗੁਰਾਂ ਨੇ ਆਸਣ ਲਾਏ ਨੇ। ਉੱਥੋਂ ਦਾ ਇੱਕ ਬੜਾ ਹੰਕਾਰੀ ਔਰ ਬੜਾ ਜਿਹੜਾ ਪ੍ਰਸਿੱਧ ਉੱਥੋਂ ਦਾ ਪੰਡਤ ਸੀ ਕਾਂਸੀ ਦਾ, ਜਿਸ ਦਾ ਨਾਮ ਗੋਪਾਲ ਦੱਤ ਕਰਕੇ ਜਿਹੜਾ ਹੈ ਉਹ ਇਤਿਹਾਸ ਦੇ ਵਿੱਚ ਆਇਆ। ਜਦ ਉਸ ਨੂੰ ਪਤਾ ਲੱਗਾ, ਕਿਉਂਕਿ ਇਸਨੇ ਭਵਿੱਖਤ ਪੁਰਾਣ ਦੇ ਵਿੱਚ ਪੜ੍ਹਿਆ ਹੋਇਆ ਸੀ ਕਿ ਨਾਨਕ ਨਾਮ ਕਰਕੇ ਗੁਰੂ ਨਾਨਕ ਪਾਤਸ਼ਾਹ ਕਲਯੁਗ ਦੇ ਅਵਤਾਰ ਹੋਣਗੇ, ਇਹ ਆਪਣੇ ਚੇਲਿਆਂ ਨੂੰ, ਸੰਗੀ ਸਾਥੀਆਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਸਤਿਗੁਰੂ ਜੀ ਮੇਰੇ ਨਾਲ ਗਿਆਨ ਚਰਚਾ ਕਰੋ। ਸਤਿਗੁਰੂ ਮਹਾਰਾਜ ਜੀ ਆਪਣੀ ਮੌਜ ਦੇ ਵਿੱਚ ਬੈਠੇ ਸਨ। ਬਹੁਤ ਵਾਰ ਇਸਨੇ ਕਿਹਾ, ਸਤਿਗੁਰਾਂ ਨੇ ਜਦ ਨੇਤਰ ਖੋਲੇ ਪਤਾ ਲੱਗਾ ਕਿ ਇਹ ਗੋਪਾਲ ਦੱਤ ਜਿਹੜਾ ਇੱਥੋਂ ਦਾ ਵਿਦਵਾਨ ਔਰ ਹੰਕਾਰੀ ਪੰਡਤ ਆ, ਇਹ ਆਇਆ। ਸਤਿਗੁਰਾਂ ਨੇ ਆਖਿਆ ਕੀ ਗੱਲ ਆ ਭਾਈ? ਇਹ ਕਹਿੰਦਾ ਮੇਰੇ ਨਾਲ ਵਿਚਾਰ ਚਰਚਾ ਕਰੋ। ਸਤਿਗੁਰਾਂ ਨੇ ਆਖਿਆ ਕਿ ਜੇ ਅਸੀਂ ਇਸ ਦੀ ਵਿਚਾਰ ਚਰਚਾ ਦਾ ਜਿਹੜਾ ਉਹ ਜਵਾਬ ਦੇ ਦਿੱਤਾ ਫਿਰ ਤਾਂ ਇਹ ਆਖੇਗਾ ਕਿ ਤੁਸੀਂ ਪੜ੍ਹੇ ਲਿਖੇ ਹੋ। ਸਤਿਗੁਰਾਂ ਨੇ ਆਖਿਆ ਕੋਈ ਹੋਰ ਪ੍ਰਾਣੀ ਨੂੰ ਲੱਭ ਕੇ ਉਹਦੇ ਕੋਲੋਂ ਜਿਹੜਾ ਹੈ ਇਸ ਦੀ ਵਿਚਾਰ ਚਰਚਾ ਦਾ ਜਵਾਬ ਦਿਵਾਉਣਾ ਚਾਹੀਦਾ। ਜਦ ਸਤਿਗੁਰਾਂ ਨੇ ਵੇਖਿਆ ਆਸ-ਪਾਸ ਕੁਝ ਨਾ, ਇੱਕ ਕੁੱਤਾ ਮਰਿਆ ਪਿਆ ਸੀ। ਸਤਿਗੁਰਾਂ ਨੇ ਉਸ ਕੁੱਤੇ ਨੂੰ ਆਵਾਜ਼ ਮਾਰ ਕੇ
ਭਾਈ ਮਰਦਾਨਾ ਜੀ ਨੂੰ ਆਖਿਆ, ਭਾਈ ਮਰਦਾਨਾ ਜੀ ਨੇ ਜਲ ਦੇ ਛੱਟੇ ਮਾਰੇ ਕਿ ਉੱਠ ਭਾਈ, ਤੇਰੇ ਜਾਤੀ ਭਰਾ ਤੇਰੇ ਬਰਾਦਰੀ ਵਾਲੇ ਆਏ ਨੇ, ਉਹਨਾਂ ਨਾਲ ਗਿਆਨ ਚਰਚਾ ਕਰ। ਕੁੱਤਾ ਉੱਠ ਕੇ ਬੈਠ ਗਿਆ। ਪੰਡਤ ਗੋਪਾਲ ਦੱਤ ਨੂੰ ਜਦ ਪਤਾ ਲੱਗਾ ਕਿ ਹੈ ਤਾਂ ਕਰਨੀ ਵਾਲੇ ਨੇ, ਪਰ ਫਿਰ ਵੀ ਆਪਣਾ ਰੋਸ ਜ਼ਾਹਰ ਕਰਦਿਆਂ ਹੋਇਆਂ ਆਖਿਆ, ਸਤਿਗੁਰੂ ਮਹਾਰਾਜ ਜੀ, ਆਪ ਜੀ ਯਥਾਰਥ ਬਖਤਾ ਹੋ, ਆਪ ਜੀ ਵਿਦਵਾਨ ਹੋ, ਅਸੀਂ ਕਾਂਚੀ ਦੇ ਉੱਚੇ ਪੰਡਤ ਹਾਂ, ਇਸ ਕਰਕੇ ਇਹ ਸਾਡਾ ਬਰਾਦਰੀ ਗੋਤੀ ਭਰਾ ਕਿਵੇਂ ਹੋਇਆ? ਸਤਿਗੁਰਾਂ ਨੇ ਆਖਿਆ, ਇਹ ਆਪ ਹੀ ਦੱਸੇਗਾ। ਪਹਿਲਾਂ ਤੁਸੀਂ ਆਪਣਾ ਜਿਹੜਾ ਹੈ ਵਿਦਵਾਨ ਚਰਚਾ ਜਿਹੜੀ ਆ ਉਹ ਕਰੋ। ਜਦ ਇਸਨੇ ਗੀਤਾ ਦੇ ਸ਼ਲੋਕ ਜਾਂ ਇਸਨੇ ਜਿਹੜੇ ਪੁਰਾਣ ਜਾਂ ਸਿਮਰਤੀਆਂ ਜਾਂ ਜਿਹੜੇ ਵੇਦ ਸੀ ਉਹਨਾਂ ਦੇ ਸ਼ਲੋਕ ਪੜ੍ਹ ਕੇ ਆਖਿਆ ਇਹਦੇ ਜਵਾਬ ਦਿਓ, ਤੇ ਉਹ ਜਿਹੜਾ ਕੁੱਤਾ ਸੀ ਉਸਨੇ ਬੜੇ ਹੀ ਪ੍ਰੇਮ ਦੇ ਨਾਲ ਇੱਕ ਇੱਕ ਸ਼ਲੋਕ ਦੇ 4-4 ਅਰਥ ਕਰਕੇ ਉਕਤੀਆਂ ਜੁਗਤੀਆਂ ਜਿੰਨੀਆਂ ਵੀ ਸੀ ਦੱਸੀਆਂ। ਹੰਕਾਰ ਟੁੱਟ ਗਿਆ, ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ ਪੰਡਤ ਗੋਪਾਲ ਦੱਤ। ਆਖਿਆ, ਮਹਾਰਾਜ ਇਹ ਸਾਡਾ ਗੋਤੀ ਭਰਾ ਕਿਵੇਂ? ਆਖਿਆ, ਸਤਿਗੁਰਾਂ ਨੇ ਆਖਿਆ, ਇਹ ਵੀ ਇਹ ਦੱਸੇਗਾ। ਉਸ ਕੁੱਤੇ ਨੇ ਜਿਹੜਾ ਹੈ ਉਹ ਦਿਵ ਸਰੂਪ ਧਾਰਿਆ ਤੇ ਆਖਿਆ, ਮੈਂ ਤੇਰਾ ਦਾਦਾ ਜਿਹੜਾ ਸੀ ਪੰਡਤ ਬਿਸ਼ਨ ਦੱਤ, ਮੈਂ ਉਹ ਹਾਂ। ਇਸਨੇ ਆਖਿਆ, ਤੁਸੀਂ ਤੇ ਵਿਦਵਾਨ ਬੜੇ ਸੀ। ਆਖਿਆ, ਹੈ ਤਾਂ ਮੈਂ ਵਿਦਵਾਨ ਸੀ, ਪਰ ਤੇਰੇ ਵਾਂਗ ਹੰਕਾਰੀ ਸੀ ਗੋਪਾਲ ਦੱਤ। ਜਿਹੜਾ ਵੀ ਗੁਰਮੁਖ ਪਿਆਰਾ ਆਉਂਦਾ ਸੀ ਉਹਨੂੰ ਗਿਆਨ ਚਰਚਾ ਦੇ ਨਾਂ ਤੇ ਉਹਨੂੰ ਮੈਂ ਤੰਗ ਕਰਦਾ ਸੀ, ਜਾਂ ਕਹਿੰਦਾ ਸੀ ਕਿ ਮੇਰੇ ਨਾਲ ਚਰਚਾ ਕਰੋ ਜਾਂ ਸਾਧੂਆਂ ਵਾਲਾ ਬਾਣਾ ਲਾ ਦਿਓ। ਬਿਲਕੁਲ ਸੰਖੇਪ ਚ ਵਿਚਾਰ ਕਰ ਰਹੇ ਹਾਂ, ਕਿਉਂਕਿ ਕੱਲ ਸਾਰੇ ਵਿਦਿਆਰਥੀਆਂ ਨੇ ਉਥਾਨਕਾ ਚੰਗੀ ਤਰ੍ਹਾਂ ਸਰਵਣ ਕਰ ਲਈ ਹੈ, ਪਰ ਫਿਰ ਵੀ ਤੁਸੀਂ ਸ਼ੇਅਰ ਕਰਦੇ ਹੋ ਜਿਹੜੇ ਪਹਿਲੀ ਵਾਰ ਉਥਾਨਕਾ ਸਰਵਣ ਕਰਨਗੇ ਉਹਨਾਂ ਵਾਸਤੇ ਬਚਨ ਕਰ ਰਹੇ ਹਾਂ। ਇਸਨੇ ਆਖਿਆ, ਮੈਂ ਬੜਾ ਹੰਕਾਰੀ ਸਾਂ। ਇੱਕ ਵਾਰ ਕਾਂਚੀਪੁਰੀ ਦੇ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਆਏ ਨੇ, ਇਸ ਤਰ੍ਹਾਂ ਗੁਰੂ ਪਿਆਰ ਵਾਲੇ ਸਾਧੂ ਸੰਤ ਰੰਗ ਰਤੜੀ ਰੂਹ ਆਈ ਸੀ। ਮੈਂ ਉਹਨਾਂ ਨੂੰ ਬੜਾ ਪਰੇਸ਼ਾਨ ਕੀਤਾ, ਉਹਨਾਂ ਨੇ ਮੇਰੀ ਗੱਲ ਦਾ ਜਵਾਬ ਨਾ ਦਿੱਤਾ। ਹੰਕਾਰ ਵਿੱਚ ਆਖਿਆ, ਮੇਰੇ ਨਾਲ ਵਿਦਿਆ ਦਾ ਜਿਹੜਾ ਹੈ ਉਹ ਵਿਦਿਆ ਦੀ ਵਿਚਾਰ ਕਰੋ। ਉਹਨਾਂ ਆਖਿਆ, ਅਸੀਂ ਨਾਮ ਜਪਦੇ, ਅਸੀਂ ਕੋਈ ਵੇਦ ਸ਼ਾਸਤਰ ਨਹੀਂ ਪੜ੍ਹੇ। ਜਦ ਇੱਕ ਪੈਰ ਉਹਨਾਂ ਦੀ ਬੰਦਗੀ ਜਿਹੜੀ ਆ ਉਹਦੇ ਵਿੱਚ ਵਿਘਨ ਪਾਇਆ, ਉਹਨਾਂ ਨੇ ਆਖਿਆ, ਕਿੱਥੇ ਤੂੰ ਕੁੱਤੇ ਵਾਂਗ ਭੌਂਕੀ ਜਾਂਦਾ, ਬਕਵਾਸ ਕਰੀ ਜਾਂਦਾ, ਅਸੀਂ ਤੈਨੂੰ ਆਖਿਆ ਅਸੀਂ ਨਹੀਂ ਕਰਨੀ। ਉਹਨਾਂ ਦੇ ਕਹਿਣ ਤੇ ਸਾਨੂੰ ਕੁੱਤੇ ਦਾ ਜਨਮ ਮਿਲਿਆ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜਿਹੜੇ ਕਲਯੁਗ ਦੇ ਅਵਤਾਰ ਨੇ, ਇਹਨਾਂ ਦੇ ਬਚਨ ਸੁਣ ਕੇ ਮੈਂ ਮਰਿਆ ਹੋਇਆ ਜਿਹੜਾ ਜਿੰਦਾ ਹੋ ਗਿਆ, ਔਰ ਮੈਂ ਹੁਣ ਸੱਚਖੰਡ ਨੂੰ ਜਾ ਰਿਹਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਇਹਨਾਂ ਦੇ ਚਰਨ ਪਕੜ। ਜਦ ਆਪਣੇ ਦਾਦੇ ਨੂੰ ਜਾਂਦਾ ਵੇਖ ਕੇ ਬਿਬਾਨ ਤੇ ਚੜ ਕੇ ਪੰਡਤ ਗੋਪਾਲ ਦੱਤ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਫੜੇ, ਸਤਿਗੁਰੂ ਜੀ ਕਿਰਪਾ ਕਰੋ, ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ। ਸਤਿਗੁਰਾਂ ਨੇ ਆਖਿਆ, ਜ਼ਰੂਰ। ਸਤਿਗੁਰਾਂ ਨੇ ਹੁਣ ਉਹਦੀ ਭਾਸ਼ਾ ਦੇ ਵਿੱਚ, ਕਿਉਂਕਿ ਜਦ ਕੋਈ ਅਨਪੜ੍ਹ ਮੇਰੇ ਵਰਗੇ ਗੱਲ ਕਰਦੇ ਨੇ, ਉਹ ਬਿਲਕੁਲ ਠੇਠ ਪੰਜਾਬੀ ਚ ਕਰਦੇ ਨੇ, ਪੜ੍ਹੇ ਲਿਖੇ ਅੰਗਰੇਜ਼ੀ ਚ ਕਰਦੇ ਨੇ ਗੱਲ, ਵਕੀਲ ਆਪਣੀ ਭਾਸ਼ਾ ਚ ਕਰਦੇ ਨੇ, ਫੌਜੀ ਆਪਣੀ ਭਾਸ਼ਾ ਚ ਕਰਦੇ ਨੇ, ਡਾਕਟਰ ਆਪਣੀ ਭਾਸ਼ਾ ਦੇ ਵਿੱਚ ਕਿ ਇਹਦੇ ਆਪਰੇਸ਼ਨ ਵਾਸਤੇ ਕਿਹੜੇ ਕਿਹੜੇ ਔਜ਼ਾਰ ਦਵਾਈਆਂ ਚਾਹੀਦੀਆਂ ਨੇ, ਆਪਣੀ ਆਪਣੀ ਭਾਸ਼ਾ ਚ ਗੱਲ ਕਰਦੇ ਨੇ। ਇਹ ਹੁਣ ਵਿਦਵਾਨ ਸੀ ਤੇ ਇਹਦੀ ਭਾਸ਼ਾ ਜਿਹੜੀ ਸਹਿਸਕ੍ਰਿਤ, ਵੈਸੇ ਸੰਸਕ੍ਰਿਤ ਦੇ ਪੜ੍ਹਦੇ ਸਨ, ਇਹ ਜਿਹੜੀ ਹੈ ਸਹਿਸਕ੍ਰਿਤ ਆ, ਸੰਸਕ੍ਰਿਤ ਨਹੀਂ। ਕਿਉਂਕਿ ਜਿਹੜਾ ਸਹਿਸ ਕਹਿੰਦੇ ਨੇ ਹਜ਼ਾਰ ਮੂੰਹਾਂ ਵਾਲਾ ਸ਼ੇਸ਼ਨਾਗ ਆ, ਉਹਦੇ ਮੂੰਹ ਦੇ ਵਿੱਚੋਂ ਉਹਦੀ ਜਿਹੜੀ ਬਾਣੀ ਨਿਕਲ ਰਹੀ ਆ ਉਹਦੀ ਕ੍ਰਿਤ ਆ। ਸਹਿਸਕ੍ਰਿਤ ਕ੍ਰਿਤੀ ਆ, ਕਿਰਤੀ ਨਹੀਂ ਬੋਲਣਾ। ਸੋ ਇਹ ਜਿਹੜੀ ਸਹਿਸਕ੍ਰਿਤ ਆ, ਇਸਨੂੰ ਪ੍ਰਾਕਿਰਤਕ ਭਾਸ਼ਾ ਜਾਂ ਪ੍ਰਾਤਕ ਭਾਸ਼ਾ ਵੀ ਆਖਿਆ ਜਾਂਦਾ। ਹਜ਼ਾਰ ਮੂੰਹਾਂ ਵਾਲਾ ਜਿਹੜਾ ਸ਼ੇਸ਼ਨਾਗ ਆ ਉਹਦੀ ਬਾਣੀ ਵੀ ਆਖਿਆ ਜਾਂਦਾ, ਪਾਲੀ ਭਾਸ਼ਾ ਵੀ ਆਖਿਆ ਜਾਂਦਾ। ਸੰਸਕ੍ਰਿਤ ਦੀ ਜਿਹੜੀ ਆ ਇਹ ਜਨਮਦਾਤੀ ਆ। ਇਉਂ ਕਹਿ ਲਈਏ ਕਿ ਸੰਸਕ੍ਰਿਤ ਮਾਂ ਜਿਹੜੀ ਆ ਇਹ ਮਾਂ ਵਾ ਤੇ ਸੰਸਕ੍ਰਿਤ ਜਿਹੜੀ ਆ ਇਹਦੀ ਬੇਟੀ ਆ। ਇਸ ਕਰਕੇ ਦੇਸ਼ ਭਾਸ਼ਾ ਆਖਿਆ ਜਾਂਦਾ। ਇਸ ਨੂੰ ਚਤਰ ਸਲੋਕੀ ਗੀਤਾ ਵੀ ਕਹਿੰਦੇ ਨੇ ਵਿਦਵਾਨ, ਕਿਉਂਕਿ ਜਿਹੜਾ ਰਿਗ ਵੇਦ ਹੈ ਨਾ 4 ਵੇਦਾਂ ਦੇ ਵਿੱਚੋਂ, ਉਹ ਬਹੁਤ ਜ਼ਿਆਦਾ ਕਠਿਨ ਭਾਸ਼ਾ ਦੇ ਵਿੱਚ ਆ, ਉਹਦੀ ਕਿਸੇ ਨੂੰ ਸਮਝ ਨਹੀਂ ਲੱਗਦੀ।
पर ਜਿਹੜੇ ਦੂਜੇ ਵੇਦ ਨੇ ਜਾਂ 18 ਪੁਰਾਣ ਨੇ 6 ਸ਼ਾਸਤਰ ਨੇ ਉਹ ਉਹਨਾਂ ਦੀ ਸਮਝ ਲੱਗ ਜਾਂਦੀ। ਇਸ ਕਰਕੇ ਉਹ ਕਠਨ ਨੇ। ਇਹ ਗੁਰੂ ਮਹਾਰਾਜ ਜੀ ਨੇ ਜਿਹੜੀ ਆ ਸਹਿਸਕ੍ਰਿਤ ਭਾਸ਼ਾ ਜਿਹੜੀ ਆ ਉਹਦੇ ਵਿੱਚ ਜਿਹੜਾ ਪੰਡਤ ਗੋਪਾਲ ਦਾ ਪਿਆ ਉਹ ਉਸ ਨੂੰ ਉਪਦੇਸ਼ ਦਿੱਤਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਮੇਹਰ ਦੇ ਘਰ ਦੇ ਵਿੱਚ ਆ ਕੇ ਉਹ ਜਿਹੜਾ ਪੰਡਤ ਗੋਪਾਲ ਦਾ ਤੇ ਉਸ ਨੂੰ ਉਪਦੇਸ਼ ਦੇ ਰਹੇ ਨੇ। ਸੰਪਰਦਾਵਾਂ ਦੇ ਵਿੱਚ ਟਕਸਾਲਾਂ ਦੇ ਵਿੱਚ ਜਿਹੜਾ ਹੈ ਇਹ ਜਦ ਕਿਸੇ ਦੀ ਮ੍ਰਿਤੂ ਹੋ ਜਾਂਦੀ ਆ, ਜੇ ਚੰਗਾ ਵਿਦਵਾਨ ਪਾਠੀ ਹੋਵੇ ਕਥਾਵਾਚਕ ਹੋਵੇ ਤੇ ਉਹਨਾਂ ਦੇ ਘਰ ਵਿੱਚ ਭਾਵੇਂ ਸਧਾਰਨ ਪਾਠ ਜਿਸ ਨੂੰ ਆਪਾਂ ਖੁੱਲਾ ਪਾਠ ਆਖ ਦਿੰਦੇ ਆ ਉਹ ਰੱਖਿਆ ਹੋਵੇ ਜਾਂ ਫਿਰ ਅਖੰਡ ਪਾਠ ਸਾਹਿਬ ਉਸ ਦੀ ਸਵੇਰੇ ਸ਼ਾਮ ਕਥਾ ਕਰਦੇ ਨੇ। ਸਵੇਰ ਦੇ ਟਾਈਮ ਤੇ ਸ਼ਲੋਕ ਸਹਿਸਕ੍ਰਿਤੀ ਦੀ ਕਥਾ ਕਰਦੇ ਨੇ ਵਿਦਵਾਨ ਖੰਡ ਪਾਠੀ ਜਾਂ ਵਿਦਵਾਨ ਕਥਾਵਾਚਕ, ਤੇ ਸ਼ਾਮ ਨੂੰ ਜਿਹੜਾ ਹੈ ਜੈਤਸਰੀ ਦੇ ਵਾਰ ਦੇ 20 ਸ਼ਲੋਕ ਨੇ ਉਹਨਾਂ ਦੀ ਕਥਾ ਹੁੰਦੀ ਆ। ਇਸੇ ਤਰੀਕੇ ਨਾਲ ਟਕਸਾਲਾਂ ਸੰਪਰਦਾਵਾਂ ਵਿੱਚ ਹੁਣ ਵੀ ਚੱਲਦਾ, ਕਿਉਂਕਿ ਟਕਸਾਲਾਂ ਸੰਪਰਦਾਵਾਂ ਦੇ ਵਿੱਚ ਹੁਣ ਵੀ ਜਦ ਕੋਈ ਚੜ੍ਹਾਈ ਕਰ ਜਾਂਦਾ ਤੇ ਜਦ ਵੀ ਚੜ੍ਹਾਈ ਕਰਦਾ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਂਦਾ ਸਧਾਰਨ ਪਾਠ, ਔਰ ਨਾਲ ਹੀ ਜਿਹੜੀ ਆ ਇਹ ਇੱਕ ਟਾਈਮ ਤੇ ਸ਼ਲੋਕ ਸਹਿਸਕ੍ਰਿਤੀ ਦੀ ਕਥਾ ਔਰ ਇੱਕ ਟਾਈਮ ਤੇ ਜਿਹੜੀ ਆ ਉਹ ਜੈਤਸਰੀ ਦੀ ਵਾਰ ਉਹਦੀ ਕਥਾ ਹੁੰਦੀ ਆ। ਕਿਉਂਕਿ ਇਹ ਜਿਹੜਾ ਉਪਦੇਸ਼ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਇਸ ਪੰਡਤ ਗੋਪਾਲ ਦੱਤ ਨੂੰ ਦੇਣ ਲੱਗੇ ਨੇ, ਇਹ ਇਕੱਲਾ ਇਹਨੂੰ ਉਪਦੇਸ਼ ਨਹੀਂ ਦਿੱਤਾ, ਇਹ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੱਤਾ ਸਤਿਗੁਰਾਂ ਨੇ। ਕਿਉਂਕਿ ਸਤਿਗੁਰਾਂ ਦੇ ਬਾਣੀ ਵਿੱਚ ਬਚਨ ਆਉਂਦੇ ਨੇ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ ਹੈ, ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ। ਕਿਸੇ ਇੱਕ ਨੂੰ ਵੀ ਉਪਦੇਸ਼ ਮਹਾਂਪੁਰਖਾਂ ਸੰਤਾਂ ਗੁਰੂਆਂ ਦਾ ਹੋਵੇ ਉਹ ਸਾਰੇ ਜਗਤ ਵਾਸਤੇ ਸਾਂਝਾ ਹੁੰਦਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਕੋਈ ਵੀ ਕਿਸੇ ਦੇ ਪਰਥਾਏ ਸਾਂਝੀ ਸਗਲ ਜਹਾਨਾ ਹੈ, ਸਾਰੇ ਜਗਤ ਵਾਸਤੇ ਸਾਂਝੀ ਹੁੰਦੀ ਉਹ ਗੱਲ। ਗੁਰਮੁਖ ਹੋਏ ਸੋ ਭਾਉ ਕਰੇ, ਜਿਹੜਾ ਗੁਰਮੁਖ ਹੁੰਦਾ ਭੈ ਭਾਵਨੀ ਵਿੱਚ ਰਹਿ ਕੇ ਆਪਣਾ ਆਪ ਪਛਾਣਾ, ਉਹ ਇਹ ਕਹਿੰਦਾ ਕਿ ਮੇਰੇ ਵਾਸਤੇ ਜਿਹੜਾ ਇਹ ਉਪਦੇਸ਼ ਦਿੱਤਾ ਸਤਿਗੁਰਾਂ ਨੇ। ਇਸ ਕਰਕੇ ਸਾਂਝੀ ਸਗਲ ਜਹਾਨਾ ਹੈ ਨੰਨੇ ਨਾਲ, ਆਪਣਾ ਆਪ ਪਛਾਣਾ ਹੈ ਅਣਾਣੇ ਨਾਲ। ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿਹੜਾ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਹੈ ਇਹ ਦਿੱਤਾ ਹੋਇਆ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਤਿਗੁਰਾਂ ਦੇ 4 ਸ਼ਲੋਕ ਔਰ ਆਪਣੇ ਜਿਹੜੇ ਹੈ 67 ਸ਼ਲੋਕ ਉਹ ਸਤਿਗੁਰਾਂ ਨੇ ਅੰਕਿਤ ਕੀਤੇ ਨੇ। ਸੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਚੜ੍ਹਦੀਆਂ ਕਲਾ ਕਰਨ। ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਕੇ ਆਪ ਹੀ ਜਿਹੜਾ ਹੈ ਇਹ ਸ਼ਲੋਕ ਸਹਿਸਕ੍ਰਿਤੀ ਦੀ ਗੁਰਬਾਣੀ ਦੀ ਕਥਾ ਵਿਚਾਰ ਕਰਵਾ ਲੈਣ। ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਇੱਕ ਓੰਕਾਰ ਬਿਲਕੁਲ ਸੰਖੇਪ ਅਰਥ ਕਰਾਂਗੇ ਕਿਉਂਕਿ ਕਈ ਵਾਰ ਅਰਥ ਹੋ ਚੁੱਕੇ ਨੇ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਆ, ਉਹ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਆ, ਉਹ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਹੋਰ ਉਹਦੇ ਵਰਗਾ ਕੋਈ ਵੀ ਨਹੀਂ ਹੈ, ਇਸ ਕਰਕੇ ਉਹ ਇੱਕ ਹੀ ਆ। ਸਤਨਾਮ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹਦਾ ਨਾਮ ਜਿਹੜਾ ਸੱਚ ਆ ਭਾਵ ਉਹ ਸੱਚਾ ਵਾ, ਉਹ ਅਕਾਲ ਪੁਰਖ ਵਾਹਿਗੁਰੂ ਹੀ ਇੱਕ ਜਿਹੜਾ ਹੈ ਉਹ ਸੱਚ ਆ, ਬਾਕੀ ਸਭ ਝੂਠ ਆ। ਕਰਤਾ ਪੁਰਖ, ਉਹ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ, ਉਹ ਸਾਰੀ ਸ੍ਰਿਸ਼ਟੀ ਦਾ ਜਿਹੜਾ ਹੈ ਉਹ ਰਚਨਹਾਰ ਆ। ਨਿਰਭਉ, ਉਹ ਅਕਾਲ ਪੁਰਖ ਵਾਹਿਗੁਰੂ ਨਿਰਭਉ ਆ, ਉਹਨੂੰ ਕਿਸੇ ਦਾ ਭੈ ਨਹੀਂ, ਉਹਨੂੰ ਕਿਸੇ ਦਾ ਡਰ ਨਹੀਂ। ਨਿਰਵੈਰ, ਉਹ ਨਿਰਵੈਰ ਵੀ ਆ ਕਿਉਂਕਿ ਨਿਰਭਉ ਤਾਂ ਜਿਹੜੇ ਰਾਖਸ਼ ਹੋਏ ਨੇ ਹਰਨਾਕਸ਼ ਵਰਗੇ, ਰਾਵਣ ਵਰਗੇ, ਉਹ ਵੀ ਨਿਰਭਉ ਸੀ ਪਰ ਉਹ ਨਿਰਵੈਰ ਨਹੀਂ ਸੀ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜਿੱਥੇ ਨਿਰਭਉ ਆ ਉੱਥੇ ਉਹ ਨਿਰਵੈਰ ਵੀ ਆ, ਉਹਦਾ ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤ, ਉਹ ਅਕਾਲ ਪੁਰਖ ਵਾਹਿਗੁਰੂ ਕਾਲ ਤੋਂ ਪਰੇ ਆ, ਭਾਵ ਕਿ ਉਹਨੂੰ ਕੋਈ ਕਾਲ ਜਿਹੜਾ ਹੈ ਸਮਾਂ ਕਹਿ ਲਈਏ ਜਾਂ ਮੌਤ ਆ ਜਾਂ ਇਉਂ ਕਹਿ ਲਈਏ ਕਿ ਆਉਣਾ ਜਾਂ ਜਾਣਾ, ਜੰਮਣਾ ਮਰਨਾ, ਉਹ ਉਹਨੂੰ ਪੋਹ ਨਹੀਂ ਸਕਦਾ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਨਾਸ ਤੋਂ ਰਹਿਤ ਆ। ਅਜੂਨੀ, ਉਹ ਜੂਨਾਂ ਤੋਂ ਰਹਿਤ ਆ, ਉਹ ਅਜਨਮਾ ਵਾ, ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ। ਸਹਿਭਾਨ, ਉਹ ਆਪਣੇ ਆਪ ਤੋਂ ਹੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹਦਾ ਪ੍ਰਕਾਸ਼ ਆ। ਜਿਸ ਤਰ੍ਹਾਂ ਆਪਾਂ ਆਸਾ ਦੀ ਵਾਰ ਚ ਪੜ੍ਹਦੇ ਹਾਂ
कि आपी न आप साजियो आपी न रचियो नाम दोए ही कुदरत साजी कहकर आसन डिठो चाओ। इस करके वो अपने आप तो अपने प्रकाश तो ही जिहड़ा है अकाल पुरख वाहिगुरू जिहड़ा वो बनया होया। ਉਹਨੂੰ ਕਿਸੇ ਨੇ ਸਾਜਿਆ ਨਹੀਂ, ਉਸਨੂੰ ਕਿਸੇ ਨੇ ਥਾਪਿਆ ਨਹੀਂ, ਉਸਨੂੰ ਕਿਸੇ ਨੇ ਬਣਾਇਆ ਨਹੀਂ। ਉਹੀ ਸਾਰਿਆਂ ਦਾ ਸਾਜਣਹਾਰ ਆ, ਉਹੀ ਸਾਰਿਆਂ ਦੇ ਬਣਾਉਣ ਵਾਲਾ, ਉਹੀ ਸਾਰਿਆਂ ਦੇ ਰਚਣ ਵਾਲਾ, ਉਹੀ ਸਾਰਿਆਂ ਨੂੰ ਜਿਹੜਾ ਹੈ ਰੋਜੀ ਰੋਟੀ ਦੇਣ ਵਾਲਾ। ਇਸ ਕਰਕੇ ਕਰੀਮ ਰਹੀਮ ਜਿੰਨੇ ਵੀ ਆਪਾਂ ਬਚਨ ਕਰਦੇ ਆ, ਦਿਆਲੂ ਕਿਰਪਾਲੂ, ਉਹ ਅਕਾਲ ਪੁਰਖ ਵਾਹਿਗੁਰੂ ਇਸੇ ਕਰਕੇ ਉਹਦੇ ਵਾਸਤੇ ਕਰਦੇ ਆ। ਕੇਵਲ ਇੱਕ ਹੀ ਆ ਔਰ ਉਹਦੇ ਵਾਸਤੇ ਹੀ ਇਹ ਜਿਹੜੇ ਬਚਨ ਆ ਉਹ ਆਪਾਂ ਬੋਲ ਸਕਦੇ ਆ। ਗੁਰ ਪ੍ਰਸਾਦ, ਪ੍ਰਸਾਦ ਹੁੰਦੀ ਕਿਰਪਾ। ਜੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਮਿਲਣਾ ਹੋਵੇ, ਉਹਦੇ ਨਾਲ ਮਿਲਾਪ ਕਰਨਾ ਹੋਵੇ, ਉਹਦੇ ਚਰਨਾਂ ਵਿੱਚ ਪ੍ਰਵਾਨ ਹੋਣਾ ਹੋਵੇ, ਤੇ ਗੁਰੂ ਦੀ ਕਿਰਪਾ, ਗੁਰੂ ਗ੍ਰੇਸ ਜਿਸ ਨੂੰ ਆਪਾਂ ਕਹਿੰਦੇ ਆ, ਜਿਹੜਾ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹ ਪੂਰੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ ਕੇ ਪੂਰੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਿਹੜਾ ਹੈ ਉਹ ਪ੍ਰਵਾਨ ਹੋਇਆ ਜਾ ਸਕਦਾ, ਉਹਦੇ ਚਰਨਾਂ 'ਚ ਪਹੁੰਚਿਆ ਜਾ ਸਕਦਾ ਜਾਂ ਉਸ ਨੂੰ ਜਾਣਿਆ ਜਾ ਸਕਦਾ। ਇਸ ਕਰਕੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਅੱਗੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਸ਼ਲੋਕ ਸਹਿਸ ਕ੍ਰਿਤੀ, ਪਹਿਲਾਂ ਵੀ ਦੱਸਿਆ ਸੀ ਕਿ ਕ੍ਰਿਤੀ ਕਰਨਾ, ਕਿਰਤੀ ਨਹੀਂ ਕਰਨਾ। ਸਹਿਸ ਕ੍ਰਿਤੀ ਮਹੱਲਾ ਪਹਿਲਾ। ਸਹਿਸ ਕਹਿੰਦੇ ਨੇ ਹਜ਼ਾਰ ਮੂੰਹਾਂ ਵਾਲਾ ਜਿਹੜਾ ਸ਼ੇਸ਼ਨਾਗ ਆ, ਉਹਦੀ ਜਿਹੜੀ ਆ ਬੋਲ ਬਾਣੀ ਆ, ਜਿਹੜਾ ਉਹ ਸਿਫਤ ਸਲਾਹ ਕਰਦਾ, ਸਹਿਸ ਪੰਨੀ ਸੇਖ ਸ਼ੇਸ਼ ਅੰਤ ਨਾ ਪਾਇਆ। ਉਹ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਉਹਦੀ ਬੰਦਗੀ ਕਰਦਾ, ਉਹਦੀ ਭਗਤੀ ਕਰਦਾ, ਰੋਜ਼ਾਨਾ ਨਿਤ ਨਵਾਂ ਨਾਂ ਲੈ ਕੇ ਅਕਾਲ ਪੁਰਖ ਵਾਹਿਗੁਰੂ ਦਾ, ਇਹ ਉਸ ਦੀ ਕਿਰਤ, ਉਸ ਦੀ ਬਾਣੀ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਅੱਗੇ ਇਹ ਜਿਹੜਾ ਪੰਡਤ ਗੋਪਾਲ ਦੱਤ ਆ, ਉਸ ਨੂੰ ਕਹਿੰਦੇ ਨੇ ਕਿ ਗੋਪਾਲ ਦੱਤ ਸਰਵਣ ਕਰ ਸੁਣ। ਇਹ ਜਿਹੜੇ ਤੁਸੀਂ ਨਿੱਤ ਦੇ ਕਰਮ ਕਰਦੇ ਹੋ, ਇਸੇ ਕਰਕੇ ਤੇਰਾ ਜਿਹੜਾ ਦਾਦਾ ਸੀ ਬਿਸ਼ਨ ਦੱਤ, ਉਹ ਕੂਕਰ ਬਣਿਆ, ਹੰਕਾਰ ਨਹੀਂ ਕਰਨਾ। ਇਸ ਕਰਕੇ ਇਹ ਜਿਹੜੇ ਤੁਸੀਂ ਨਿੱਤ ਦੇ ਕੰਮ ਕਰਦੇ ਹੋ, ਨਿੱਤ ਦੇ ਕੰਮ ਤੁਸੀਂ ਝੂਠੇ ਕਰਨੇ ਆ। ਇਸ ਕਰਕੇ ਇਹ ਤੁਸੀਂ ਝੂਠ ਬੋਲਦੇ ਆ, ਝੂਠ ਹੀ ਕਰਕੇ ਵਿਖਾਉਣੇ ਆ, ਬੰਗਲੇ ਵਾਂਗ ਸਮਾਧੀਆਂ ਲਾਉਣੇ ਆ। ਇਹ ਜੋ ਵੀ ਤੁਹਾਡੇ ਨਿੱਤ ਦੇ ਕਰਮ ਹੈ ਝੂਠੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਉਪਦੇਸ਼ ਕਰ ਰਹੇ ਨੇ, ਪੜ੍ਹ ਪੁਸਤਕ ਸੰਧਿਆ ਬਾਦੰ। ਪੜ੍ਹ ਥੋੜਾ ਜਿਹਾ ਕੱਸ ਕੇ, ਪੁਸਤਕ ਦੱਸਿਆ ਵਿਦਿਆਰਥੀਆਂ ਨੂੰ, ਸੰਧਿਆ ਬਾਦੰ। ਬਾਦੰ ਪੋਲਾ, ਇੱਥੇ ਧੱਦਾ ਨਹੀਂ ਲਾਉਣਾ, ਬਾਦੰ ਨਹੀਂ ਕਰਨਾ, ਬਾਦੰ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਕੇ ਦੱਸ ਰਹੇ ਨੇ ਕਿ ਇਹ ਜਿਹੜੀਆਂ ਤੁਸੀਂ ਧਰਮ ਪੁਸਤਕਾਂ ਪੜ੍ਹਦੇ ਹੋ, 4 ਵੇਦ ਪੜ੍ਹਦੇ ਹੋ, 6 ਸ਼ਾਸਤਰ ਪੜ੍ਹਦੇ ਹੋ, 18 ਪ੍ਰਾਣ, 27 ਸਿਮਰਤੀਆਂ ਜਾਂ ਹੋਰ ਵੀ ਜਿਹੜੇ ਧਾਰਮਿਕ ਗ੍ਰੰਥ ਤੁਸੀਂ ਪੜ੍ਹਦੇ ਹੋ, ਪੜ੍ਹਦੇ ਤੇ ਤੁਸੀਂ ਜ਼ਰੂਰ ਆ। ਔਰ ਜਿਹੜਾ ਹੈ ਪੜ੍ਹ ਕੇ ਫਿਰ ਤੁਸੀਂ ਸੰਧਿਆ ਕਰਦੇ ਆ। ਸੰਧਿਆ ਹੁੰਦੀ ਆ ਜਿਹੜੀ 3 ਪ੍ਰਕਾਰ ਦੀ ਸੰਧਿਆ। ਇਹ ਵਿਦਵਾਨ ਦੱਸਦੇ ਨੇ, ਇਹ ਧਰਮ ਜਿਹੜਾ ਹੈ ਗ੍ਰੰਥਾਂ ਚੋਂ ਮਿਲ ਜਾਂਦੀ, ਟੀਕਾਕਾਰਾਂ ਨੇ ਦੱਸਿਆ ਹੋਇਆ 3 ਪ੍ਰਕਾਰ ਦੀ ਸੰਧਿਆ। ਸੰਧਿਆ ਕਹਿੰਦੇ ਨੇ ਜਿਹੜੇ ਉਹ ਕਰਦੇ ਨੇ 3 ਪ੍ਰਕਾਰ, ਕਿਉਂਕਿ 3 ਟਾਈਮ ਤੇ 3 ਵੇਲਿਆਂ ਦਾ ਪੂਜਾ ਪਾਠ ਕਰਦੇ ਨੇ। ਸੰਧੀ ਹੁੰਦੀ ਆ 2 ਜਾਣੇ ਆਪਸ ਵਿੱਚ ਮਿਲਣ। ਇੱਕ ਅੰਮ੍ਰਿਤ ਵੇਲੇ ਦੀ ਸੰਧਿਆ ਜਿਹੜੀ ਆ ਉਹ ਜਦ ਸੂਰਜ ਚੜ੍ਹਦਾ, ਰਾਤ ਖਤਮ ਹੁੰਦੀ ਆ, ਔਰ ਜਦ ਜਿਹੜਾ ਹੈ